ਪਿਆਰੇ ਵਿਦਿਆਰਥੀਓ, ਪੰਜਾਬੀ ਦੀ ਕਲਾਸ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ 7ਵੀਂ ਜਮਾਤ ਦੀ ਪੰਜਾਬੀ ਦੂਜੀ ਭਾਸ਼ਾ ਦਾ ਪਹਿਲਾ ਪਾਠ ਇਹ ਮੇਰਾ ਪੰਜਾਬ ਕਵਿਤਾ ਕਰਨ ਜਾ ਰਹੇ ਹਾਂ, ਜਿਸ ਦੇ ਕਵੀ ਸਰਦਾਰ ਜਸਵੀਰ ਸਿੰਘ ਲੰਗੜੋਆ ਹਨ। ਇਸ ਕਵਿਤਾ ਵਿੱਚ ਕਵੀ ਆਪਣੀ ਜਨਮ ਭੂਮੀ ਪੰਜਾਬ ਪ੍ਰਦੇਸ਼ ਦੀ ਮਹਾਨਤਾ ਦਾ ਜ਼ਿਕਰ ਕਰਦੇ ਹੋਏ ਕਹਿੰਦੇ ਹਨ, ਇਹ ਮੇਰਾ ਪੰਜਾਬ ਬੇਲੀਓ, ਇਹ ਮੇਰਾ ਪੰਜਾਬ, ਪੰਜ ਦਰਿਆਵਾਂ ਦੀ ਧਰਤੀ ਤੇ ਖਿੜਿਆ ਫੁੱਲ ਗੁਲਾਬ। ਇਹ ਮੇਰਾ ਪੰਜਾਬ ਬੇਲੀਓ, ਇਹ ਮੇਰਾ ਪੰਜਾਬ, ਇਹ ਮੇਰਾ ਪੰਜਾਬ ਬੇਲੀਓ, ਇਹ ਮੇਰਾ ਪੰਜਾਬ। ਪੰਜ ਪਾਣੀਆਂ ਕਾਰਨ ਇਹ ਧਰਤੀ ਪੰਜਾਬ ਕਹਾਈ, ਮਿੱਠੀ ਪਿਆਰੀ ਬੋਲੀ ਇਸ ਦੀ ਪੰਜਾਬੀ ਅਖਵਾਈ। ਪੰਜ ਪਾਣੀਆਂ ਕਾਰਨ ਇਹ ਧਰਤੀ ਪੰਜਾਬ ਕਹਾਈ, ਮਿੱਠੀ ਪਿਆਰੀ ਬੋਲੀ ਇਸ ਦੀ ਪੰਜਾਬੀ ਅਖਵਾਈ। ਉਹ ਦੁਨੀਆ ਨੂੰ ਰਿਗਵੇਦ ਦੀ ਦਿੱਤੀ ਪਹਿਲੀ ਇਸ ਕਿਤਾਬ। ਇਹ ਮੇਰਾ ਪੰਜਾਬ ਬੇਲੀਓ, ਇਹ ਮੇਰਾ ਪੰਜਾਬ, ਇਹ ਮੇਰਾ ਪੰਜਾਬ ਬੇਲੀਓ, ਇਹ ਮੇਰਾ ਪੰਜਾਬ। ਇਹਨਾਂ ਸਤਰਾਂ ਵਿੱਚ ਕਵੀ ਆਪਣੇ ਪਿਆਰੇ ਪ੍ਰਦੇਸ਼ ਪੰਜਾਬ ਦੀ ਧਰਤੀ, ਜਿਹਨੂੰ ਪੰਜ ਪਾਣੀਆਂ ਦੀ ਧਰਤੀ ਕਰਕੇ ਵੀ ਜਾਣਿਆ ਜਾਂਦਾ ਹੈ, ਦੀ ਤੁਲਨਾ ਖਿੜੇ ਹੋਏ ਮਹਿਕਦੇ ਫੁੱਲਾਂ ਦੇ ਰਾਜੇ ਗੁਲਾਬ ਨਾਲ ਕਰ ਰਿਹਾ ਹੈ ਅਤੇ ਦੱਸਦਾ ਹੈ ਕਿ ਇੱਥੋਂ ਦੀ ਪਿਆਰੀ ਮਿੱਠੀ ਬੋਲੀ ਜਾਣ ਵਾਲੀ ਬੋਲੀ ਪੰਜਾਬੀ ਅਖਵਾਉਂਦੀ ਹੈ ਅਤੇ ਇਸ ਧਰਤੀ ਨੂੰ ਵੇਦਾਂ ਦੀ ਜਨਮ ਭੂਮੀ ਹੋਣ ਦਾ ਮਾਣ ਹਾਸਿਲ ਹੈ, ਕਿਉਂਕਿ ਭਾਰਤੀ ਸੰਸਕ੍ਰਿਤੀ ਦੀ ਵਡਮੁੱਲੀ ਧਰੋਹਰ ਚਾਰ ਵੇਦ, ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾ ਵੇਦ ਰਿਗਵੇਦ ਮੰਨਿਆ ਜਾਂਦਾ ਹੈ, ਉਸ ਦੀ ਰਚਨਾ ਪੰਜਾਬ ਦੀ ਹੀ ਇਸ ਪਾਵਨ ਭੂਮੀ ਉੱਪਰ ਹੋਈ ਹੈ। ਇਸ ਲਈ ਕਵੀ ਕਹਿ ਰਿਹਾ ਹੈ ਕਿ ਦੁਨੀਆ ਨੂੰ ਰਿਗਵੇਦ ਦੀ ਦਿੱਤੀ ਪਹਿਲੀ ਇਸ ਕਿਤਾਬ। ਬੱਚਿਓ, ਇਹਨਾਂ ਸਤਰਾਂ ਵਿੱਚ ਕਵੀ ਨੇ ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਕਹਿ ਕੇ ਵੀ ਸੰਬੋਧਿਤ ਕੀਤਾ ਹੈ, ਕਿਉਂਕਿ ਕਿਸੇ ਵੇਲੇ ਇਸ ਧਰਤੀ ਉੱਪਰ ਪੰਜ ਵੱਡੇ ਵੱਡੇ ਦਰਿਆਵਾਂ ਦਾ ਵਹਿਣ ਹੋਇਆ ਕਰਦਾ ਸੀ, ਪਰ ਸਮੇਂ ਦੇ ਨਾਲ ਨਾਲ ਦੇਸ਼ ਦੀ ਅਤੇ ਰਾਜਾਂ ਦੀ ਵੰਡ ਹੋਣ ਕਰਕੇ ਅਜੋਕੇ ਸਮੇਂ ਪੰਜਾਬ ਵਿੱਚ ਵਹਿਣ ਵਾਲੇ ਸਿਰਫ 3 ਦਰਿਆ ਹੀ ਬਚੇ ਹਨ, ਜੋ ਕਿ ਸਤਲੁਜ, ਰਾਵੀ ਅਤੇ ਬਿਆਸ ਹਨ। 1947 ਦੀ ਦੇਸ਼ ਦੀ ਵੰਡ ਮਗਰੋਂ ਬਾਕੀ ਦੇ 2 ਦਰਿਆ ਜੇਹਲਮ ਅਤੇ ਚਨਾਬ ਪਾਕਿਸਤਾਨ ਵਿੱਚ ਰਹਿ ਗਏ ਅਤੇ ਉਹਨਾਂ ਦਾ ਵਹਿਣ ਪਾਕਿਸਤਾਨ ਦੀ ਧਰਤੀ ਵਿੱਚ ਹੁੰਦਾ ਹੈ। ਇਸ ਤੋਂ ਇੱਕ ਗੱਲ ਜਾਣਨ ਵਾਲੀ ਇਹ ਹੈ ਕਿ ਜੋ ਪੰਜਾਬ ਦਾ ਨਕਸ਼ਾ ਤੁਸੀਂ ਅੱਜ ਦੇਖਦੇ ਹੋ, ਕਿਸੇ ਵੇਲੇ ਪੰਜਾਬ ਇੰਨਾ ਛੋਟਾ ਜਿਹਾ ਰਾਜ ਨਾ ਹੋ ਕੇ ਬਹੁਤ ਵੱਡਾ ਹੋਇਆ ਕਰਦਾ ਸੀ, ਜਿਸ ਨੂੰ ਮਹਾ ਪੰਜਾਬ ਕਿਹਾ ਜਾਂਦਾ ਸੀ। ਸੋ ਕਵੀ ਪੰਜਾਬ ਦੀ ਇਸ ਧਰਤੀ ਦੀ ਪੁਰਾਤਨ ਮਹਾਨਤਾ ਦਾ ਜ਼ਿਕਰ ਕਰਦੇ ਹੋਏ ਇੱਥੋਂ ਦੇ ਮਹੱਤਵ ਬਾਰੇ ਦੱਸ ਰਿਹਾ ਹੈ। ਅੱਗੇ ਕਵੀ ਕੀ ਕਹਿ ਰਿਹਾ ਹੈ? ਪੋਰਸ ਅਤੇ ਸਿਕੰਦਰ ਦਾ ਯੁੱਧ ਇਸ ਧਰਤੀ ਤੇ ਹੋਇਆ, ਛੱਡ ਕੇ ਇਸ ਦਾ ਮੋਹ ਸਿਕੰਦਰ ਦੇਸ ਨੂੰ ਭੱਜ ਖਲੋਇਆ। ਤੱਕੀਆਂ ਉਸਨੇ ਪੋਰਸ ਦੇ ਵਿੱਚ ਅਣਖਾਂ ਬੇਹਿਸਾਬ। ਇਹ ਮੇਰਾ ਪੰਜਾਬ ਬੇਲੀਓ, ਇਹ ਮੇਰਾ ਪੰਜਾਬ, ਇਹ ਮੇਰਾ ਪੰਜਾਬ ਬੇਲੀਓ, ਇਹ ਮੇਰਾ ਪੰਜਾਬ। ਇਹਨਾਂ ਸਤਰਾਂ ਦੇ ਵਿੱਚ ਕਵੀ ਭਾਰਤ ਦੇ ਉਸ ਗੌਰਵਮਈ ਇਤਿਹਾਸ ਵੱਲ ਧਿਆਨ ਦਿਵਾਉਂਦਾ ਹੋਇਆ ਉਸ ਵੇਲੇ ਦਾ ਜ਼ਿਕਰ ਕਰ ਰਿਹਾ ਹੈ, ਜਦੋਂ ਭਾਰਤ ਭੂਮੀ ਨੂੰ ਸੋਨੇ ਦੀ ਚਿੜੀ ਕਹਿ ਕੇ ਪੁਕਾਰਿਆ ਜਾਂਦਾ ਸੀ। ਬੱਚਿਓ, ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਇੱਕ ਵੇਲੇ ਗਰੀਸ ਦਾ ਰਾਜਾ ਅਲੈਗਜ਼ੈਂਡਰ, ਜਿਹਨੂੰ ਸਿਕੰਦਰ ਵੀ ਕਿਹਾ ਜਾਂਦਾ ਹੈ, ਪੂਰੀ ਦੁਨੀਆ ਨੂੰ ਜਿੱਤਦਾ ਹੋਇਆ ਭਾਰਤ ਭੂਮੀ ਦੀ ਦਹਿਲੀਜ਼, ਭਾਵ ਕਿ ਪੰਜਾਬ ਦੀ ਧਰਤੀ ਤੇ ਆਣ ਖਲੋਇਆ। ਉਸ ਨੂੰ ਇਸ ਗੱਲ ਦਾ ਬੜਾ ਮਾਣ ਸੀ ਕਿ ਜਿਸ ਤਰ੍ਹਾਂ ਉਹਨੇ ਪੂਰੀ ਦੁਨੀਆ ਨੂੰ, ਹੋਰ ਦੇਸ਼ਾਂ ਨੂੰ ਜਿੱਤ ਲਿਆ ਹੈ, ਇਸੇ ਤਰ੍ਹਾਂ ਉਹ ਭਾਰਤ ਭੂਮੀ ਨੂੰ ਵੀ ਜਿੱਤ ਲਏਗਾ। ਪਰ ਉਸ ਵੇਲੇ ਪੰਜਾਬ ਦੀ ਇਸ ਭੂਮੀ ਉੱਤੇ ਪੋਰਸ ਨਾਮ ਦੇ ਸੂਰਬੀਰ ਰਾਜੇ ਦਾ ਰਾਜ ਸੀ। ਕਿਹਾ ਜਾਂਦਾ ਹੈ ਕਿ ਪੋਰਸ ਨੇ ਸਿਕੰਦਰ ਦੇ ਮੁਕਾਬਲੇ ਬਹੁਤ ਘੱਟ ਗਿਣਤੀ ਵਿੱਚ ਸੈਨਾ ਹੋਣ ਦੇ ਬਾਵਜੂਦ ਉਸਦਾ ਇੰਨਾ ਡਟ ਕੇ ਸੂਰਬੀਰਤਾ ਨਾਲ ਮੁਕਾਬਲਾ ਕੀਤਾ ਕਿ ਇੱਕ ਵਾਰੀ ਸਿਕੰਦਰ ਦੀ ਸੈਨਾ ਨੂੰ ਭਾਜੜਾਂ ਪਾ ਦਿੱਤੀਆਂ। ਹਾਲਾਂਕਿ ਪੋਰਸ ਸਿਕੰਦਰ ਦੇ ਕਾਬੂ ਆ ਗਿਆ ਤੇ ਜਦ ਪੋਰਸ ਨੂੰ ਸਿਕੰਦਰ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਸਿਕੰਦਰ ਨੇ ਸੋਚਿਆ ਕਿ ਹੋਰਨਾਂ ਰਾਜਿਆਂ ਵਾਂਗ ਪੋਰਸ ਵੀ ਆਪਣੀ ਜਾਨ ਬਖਸ਼ਣ ਲਈ ਗਿੜਗੜਾਏਗਾ
ਪਰ ਪੋਰਸ ਨੇ ਆਪਣੀ ਬਹਾਦਰੀ ਦੀ ਮਿਸਾਲ ਦਿੰਦੇ ਹੋਏ ਸਿਕੰਦਰ ਨੂੰ ਸਪਸ਼ਟ ਲਫ਼ਜ਼ਾਂ ਵਿੱਚ ਕਹਿ ਦਿੱਤਾ ਕਿ ਤੈਨੂੰ ਉਹੀ ਕਰਨਾ ਚਾਹੀਦਾ ਹੈ ਜੋ ਇੱਕ ਰਾਜੇ ਨੂੰ ਦੂਜੇ ਰਾਜੇ ਨਾਲ ਸਲੂਕ ਕਰਨਾ ਚਾਹੀਦਾ ਹੈ। ਸਿਕੰਦਰ ਪੋਰਸ ਦੀ ਬਹਾਦਰੀ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੂੰ ਆਜ਼ਾਦ ਵੀ ਕਰ ਦਿੱਤਾ ਅਤੇ ਭਾਰਤ ਭੂਮੀ ਨੂੰ ਜਿੱਤਣ ਦਾ ਖਿਆਲ ਛੱਡਦੇ ਹੋਏ ਵਾਪਸ ਆਪਣੇ ਦੇਸ਼ ਗ੍ਰੀਸ ਪਰਤ ਗਿਆ, ਕਿਉਂਕਿ ਉਸ ਨੂੰ ਪਤਾ ਲੱਗ ਚੁੱਕਿਆ ਸੀ ਕਿ ਜਿੱਥੇ ਇੱਕ ਛੋਟੀ ਜਿਹੀ ਰਿਆਸਤ ਦਾ ਰਾਜਾ ਪੋਰਸ ਇੰਨੀ ਬਹਾਦਰੀ ਨਾਲ ਉਸ ਦਾ ਸਾਹਮਣਾ ਕਰ ਰਿਹਾ ਹੈ, ਉੱਥੇ ਸੂਰਬੀਰਾਂ ਦੀ ਇਸ ਇੰਨੀ ਮਹਾਨ ਵੱਡੀ ਧਰਤੀ ਭਾਰਤ ਨੂੰ ਜਿੱਤਣਾ ਉਸ ਦੇ ਲਈ ਸੌਖਾ ਨਹੀਂ। ਸੋ ਇਹਨਾਂ ਸਤਰਾਂ ਦੇ ਵਿੱਚ ਕਵੀ ਇਸੇ ਘਟਨਾ ਦਾ ਜ਼ਿਕਰ ਕਰਦਾ ਹੋਇਆ ਕਹਿ ਰਿਹਾ ਹੈ ਕਿ ਸਿਕੰਦਰ ਨੇ ਪੋਰਸ ਦੇ ਵਿੱਚ ਤਕੀਆਂ ਅਣਖਾਂ ਬੇਹਿਸਾਬ, ਅਣਖ ਭਾਵ ਕਿ ਆਤਮ ਸਨਮਾਨ ਦੀ ਭਾਵਨਾ, ਸਵੈ ਮਾਣ ਦੀ ਭਾਵਨਾ, ਬਹਾਦਰੀ। ਸੋ ਅਗਲੀਆਂ ਸਤਰਾਂ ਦੇ ਵਿੱਚ ਕਵੀ ਕੀ ਕਹਿ ਰਿਹਾ ਹੈ, ਆਓ ਸੁਣਦੇ ਹਾਂ। ਬੁੱਲੇ ਸ਼ਾਹ ਹੁਸੈਨ ਨੇ ਇੱਥੇ ਆਪਣੇ ਪੀਰ ਰਜਾਏ, ਨਾਨਕ ਇਸ ਧਰਤੀ ਦੇ ਸਾਂਝੇ ਗੁਰੂ ਪੀਰ ਅਖਵਾਏ। ਮਰਦਾਨੇ ਨੇ ਛੇੜੀ ਰੱਬੀ ਬਾਣੀ ਨਾਲ ਰਬਾਬ, ਇਹ ਮੇਰਾ ਪੰਜਾਬ ਬੇਲੀਓ, ਇਹ ਮੇਰਾ ਪੰਜਾਬ, ਇਹ ਮੇਰਾ ਪੰਜਾਬ ਬੇਲੀਓ, ਇਹ ਮੇਰਾ ਪੰਜਾਬ। ਬੱਚਿਓ, ਭਾਰਤ ਭੂਮੀ ਨੂੰ ਸੰਤਾਂ, ਗੁਰੂਆਂ, ਪੀਰਾਂ, ਫਕੀਰਾਂ ਦੀ ਭੂਮੀ ਕਹਿ ਕੇ ਵੀ ਸੰਬੋਧਿਤ ਕੀਤਾ ਜਾਂਦਾ ਹੈ। ਸੋ ਕਵੀ ਇੱਥੇ ਪੰਜਾਬ ਦੀ ਧਰਤੀ ਬਾਰੇ ਜ਼ਿਕਰ ਕਰਦੇ ਹੋਏ ਬੁੱਲੇ ਸ਼ਾਹ ਅਤੇ ਸ਼ਾਹ ਹੁਸੈਨ ਵਰਗੇ ਫਕੀਰਾਂ ਦਾ ਜ਼ਿਕਰ ਕਰਦਾ ਹੋਇਆ ਕਹਿ ਰਿਹਾ ਹੈ ਕਿ ਪੰਜਾਬ ਦੀ ਇਸੇ ਧਰਤੀ ਉੱਪਰ ਹੀ ਐਸੇ ਭਗਤ ਫਕੀਰ ਹੋਏ ਹਨ ਜਿਨ੍ਹਾਂ ਨੇ ਆਪਣੇ ਮੁਰਸ਼ਦ ਦੇ ਪਿਆਰ ਦੇ ਵਿੱਚ, ਮੁਰਸ਼ਦ ਤੋਂ ਭਾਵ ਗੁਰੂ, ਕਈ ਤਰ੍ਹਾਂ ਦੀਆਂ ਪ੍ਰੀਖਿਆਵਾਂ ਦੇ ਕੇ ਆਪਣੇ ਗੁਰੂਆਂ ਨੂੰ ਖੁਸ਼ ਕੀਤਾ ਹੈ। ਉਹਨਾਂ ਦੇ ਜੀਵਨ ਦੀਆਂ ਇਹਨਾਂ ਪ੍ਰੇਰਣਾਦਾਈ ਘਟਨਾਵਾਂ ਦੇ ਸਦਕਾ ਹੀ ਅੱਜ ਵੀ ਉਹਨਾਂ ਦਾ ਨਾਮ ਇਸ ਦੁਨੀਆ ਉੱਪਰ ਕਾਇਮ ਹੈ। ਅੱਗੇ ਕਵੀ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜ਼ਿਕਰ ਕਰਦੇ ਹੋਏ ਕਹਿ ਰਿਹਾ ਹੈ ਕਿ ਉਹਨਾਂ ਨੇ ਬਿਨਾਂ ਕਿਸੇ ਧਾਰਮਿਕ ਭੇਦ ਭਾਵ ਦੇ ਸਭਨਾਂ ਨੂੰ ਮਨੁੱਖਤਾ ਦਾ ਸੰਦੇਸ਼ ਦਿੱਤਾ ਅਤੇ ਪਰਮਾਤਮਾ ਦੀ ਸੱਚੀ ਬਾਣੀ ਦੇ ਨਾਲ ਜੋੜਿਆ। ਇਹੀ ਕਾਰਨ ਹੈ ਕਿ ਗੁਰੂ ਨਾਨਕ ਦੇਵ ਜੀ ਸਮੁੱਚੀ ਮਾਨਵਤਾ ਦੇ ਸਾਂਝੇ ਗੁਰੂ ਪੀਰ ਅਖਵਾਏ। ਗੁਰੂ ਨਾਨਕ ਦੇਵ ਜੀ ਬਾਰੇ ਇੱਥੋਂ ਤੱਕ ਵੀ ਕਿਹਾ ਜਾਂਦਾ ਹੈ ਕਿ ਨਾਨਕ ਸ਼ਾਹ ਫਕੀਰ, ਹਿੰਦੂਓਂ ਕੇ ਗੁਰੂ, ਮੁਸਲਮਾਨੋਂ ਕੇ ਪੀਰ, ਭਾਵ ਕਿ ਉਹ ਬਿਨਾਂ ਕਿਸੇ ਧਾਰਮਿਕ ਭੇਦ ਭਾਵ ਦੇ ਸਭਨਾਂ ਨੂੰ ਅਪਣਾਉਂਦੇ ਸਨ ਅਤੇ ਸਭਨਾਂ ਨੂੰ ਸਾਂਝਾ ਉਪਦੇਸ਼ ਦਿੰਦੇ ਸਨ। ਅੱਗੇ ਕਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਹਰ ਵੇਲੇ ਰਹਿਣ ਵਾਲੇ ਮਰਦਾਨੇ ਦਾ ਜ਼ਿਕਰ ਕਰਦਾ ਹੋਇਆ ਕਹਿ ਰਿਹਾ ਹੈ, ਮਰਦਾਨੇ ਨੇ ਛੇੜੀ ਰੱਬੀ ਬਾਣੀ ਨਾਲ ਰਬਾਬ। ਬੱਚਿਓ, ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਉਸ ਪਰਮਾਤਮਾ ਦੇ ਪ੍ਰੇਮ ਵਿੱਚ ਡੁੱਬ ਕੇ ਗੁਰਬਾਣੀ ਦਾ ਗਾਇਨ ਕਰਦੇ ਸਨ ਤਾਂ ਮਰਦਾਨਾ ਜੀ ਉਹਨਾਂ ਦੇ ਨਾਲ ਆਪਣੇ ਸੰਗੀਤਕ ਸਾਜ਼ ਰਬਾਬ ਨੂੰ ਵਜਾਉਂਦੇ ਹੋਏ ਸੰਗਤ ਕਰਿਆ ਕਰਦੇ ਸਨ ਅਤੇ ਉਹ ਆਪਣੇ ਪੂਰੇ ਜੀਵਨ ਭਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਆਪਣੇ ਰਬਾਬ ਦੇ ਨਾਲ ਸੰਗਤ ਕਰਦੇ ਰਹੇ ਅਤੇ ਉਹਨਾਂ ਦੀ ਸੇਵਾ ਕਰਦੇ ਰਹੇ। ਉਹ ਐਸੇ ਭਗਤਾਂ ਦਾ, ਐਸੇ ਸ਼ਿਸ਼ਿਆਂ ਦਾ ਜ਼ਿਕਰ ਕਰਦੇ ਹੋਏ ਕਵੀ ਕਹਿ ਰਿਹਾ ਹੈ ਕਿ ਐਸੇ ਮਹਾਨ ਭਗਤਾਂ, ਗੁਰੂਆਂ, ਪੀਰਾਂ, ਫਕੀਰਾਂ ਦੀ ਛੋਹ ਇਸ ਧਰਤੀ ਨੂੰ ਪ੍ਰਾਪਤ ਹੈ। ਤੇ ਅਗਲੀਆਂ ਸਤਰਾਂ ਵਿੱਚ ਕਵੀ ਕੀ ਕਹਿੰਦਾ ਹੈ, ਆਓ ਸਰਵਣ ਕਰਦੇ ਹਾਂ। ਮਹਾਬਲੀ ਰਣਜੀਤ ਸਿੰਘ ਸੀ ਇਸ ਧਰਤੀ ਦਾ ਜਾਇਆ, ਬਿਨਾ ਵਿਤਕਰੇ 40 ਸਾਲ ਉਸ ਰੱਜ ਕੇ ਰਾਜ ਕਮਾਇਆ। 12 ਮਿਸਲਾਂ ਇਕੱਠੀਆਂ ਕੀਤੀਆਂ, ਝੱਲੇ ਨਾ ਕੋਈ ਤਾਬ, ਇਹ ਮੇਰਾ ਪੰਜਾਬ ਬੇਲੀਓ, ਇਹ ਮੇਰਾ ਪੰਜਾਬ, ਇਹ ਮੇਰਾ ਪੰਜਾਬ ਬੇਲੀਓ, ਇਹ ਮੇਰਾ ਪੰਜਾਬ। ਇਹਨਾਂ ਸਤਰਾਂ ਦੇ ਵਿੱਚ ਕਵੀ ਕਹਿ ਰਿਹਾ ਹੈ ਕਿ ਇਸ ਪੰਜਾਬ ਦੀ ਧਰਤੀ ਨੇ ਮਹਾਰਾਜੇ ਰਣਜੀਤ ਸਿੰਘ ਵਰਗੇ ਮਹਾਬਲੀ ਸੂਰਬੀਰਾਂ ਨੂੰ ਜਨਮ ਦਿੱਤਾ, ਜਿਨ੍ਹਾਂ ਨੇ ਬਿਨਾਂ ਕਿਸੇ ਭੇਦ ਭਾਵ ਦੇ, ਬਿਨਾਂ ਕਿਸੇ ਊਚ ਨੀਚ ਦੇ, ਬਿਨਾਂ ਕਿਸੇ ਅਮੀਰ ਗਰੀਬ ਨੂੰ ਦੇਖੇ ਸਭਨਾਂ ਦੇ ਨਾਲ ਇੱਕੋ ਜਿਹਾ ਸਲੂਕ ਕੀਤਾ। ਇਸੇ ਵਾਸਤੇ ਬੱਚਿਓ, ਮਹਾਰਾਜਾ ਰਣਜੀਤ ਸਿੰਘ ਵਾਸਤੇ ਇੱਕ ਕਹਾਵਤ ਵੀ ਮਸ਼ਹੂਰ ਹੈ ਕਿ ਮਹਾਰਾਜਾ ਰਣਜੀਤ ਸਿੰਘ ਸਭ ਨੂੰ ਇੱਕ ਅੱਖ ਨਾਲ ਵੇਖਦੇ ਸਨ, ਭਾਵ ਕਿ ਉਹਨਾਂ ਦਾ ਵਿਵਹਾਰ ਸਭਨਾਂ ਵਾਸਤੇ ਇੱਕੋ ਜਿਹਾ ਸੀ। ਇਸੇ ਲਈ ਕਵੀ ਕਹਿ ਰਿਹਾ ਹੈ ਕਿ ਬਿਨਾਂ ਵਿਤਕਰੇ 40 ਸਾਲ ਉਸ ਰੱਜ ਕੇ ਰਾਜ ਕਮਾਇਆ, ਭਾਵ ਕਿ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਉਮਰੇ 40 ਸਾਲ ਤੱਕ ਇਸ ਪ੍ਰਦੇਸ਼ ਉੱਪਰ ਰਾਜ ਕੀਤਾ। ਕਿਉਂ ਜੋ ਪਹਿਲੇ ਸਮੇਂ ਵਿੱਚ ਜ਼ਿਆਦਾਤਰ ਜੋ ਇਹ ਪ੍ਰਦੇਸ਼ ਸੀ ਛੋਟੀਆਂ-ਛੋਟੀਆਂ ਰਿਆਸਤਾਂ ਦੇ ਵਿੱਚ ਵੰਡਿਆ ਹੋਇਆ ਸੀ। ਜਿਵੇਂ ਅਜੋਕੇ ਸਮੇਂ ਇੱਕ ਸਟੇਟ ਦੇ ਵਿੱਚ ਛੋਟੇ-ਛੋਟੇ ਡਿਸਟ੍ਰਿਕਟਸ ਹੁੰਦੇ ਹਨ,
ਜ਼ਿਲ੍ਹੇ ਹੁੰਦੇ ਹਨ, ਇਸੇ ਤਰ੍ਹਾਂ ਉਸ ਵੇਲੇ ਇਸ ਮਹਾ ਪੰਜਾਬ ਦੇ ਵਿੱਚ 12 ਛੋਟੀਆਂ-ਛੋਟੀਆਂ ਰਿਆਸਤਾਂ ਸਨ, ਜਿਨ੍ਹਾਂ ਨੂੰ 12 ਮਿਸਲਾਂ ਕਹਿ ਕੇ ਵੀ ਸੰਬੋਧਿਤ ਕੀਤਾ ਜਾਂਦਾ ਹੈ। ਸੋ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਪ੍ਰਯਾਸਾਂ ਸਦਕਾ ਇਹਨਾਂ 12 ਦੀਆਂ 12 ਮਿਸਲਾਂ ਦੇ ਸਰਦਾਰਾਂ ਨੂੰ ਇਕੱਠਿਆਂ ਕੀਤਾ ਅਤੇ ਏਕਤਾ ਦੇ ਸੂਤਰ ਵਿੱਚ ਪਰੋਇਆ। ਇਹਨਾਂ ਮਿਸਲਾਂ ਨੇ ਸਰਬਸੰਮਤੀ ਨਾਲ ਮਹਾਰਾਜਾ ਰਣਜੀਤ ਸਿੰਘ ਨੂੰ ਆਪਣਾ ਮਹਾਰਾਜਾ ਸਵੀਕਾਰ ਕੀਤਾ ਅਤੇ ਉਹਨਾਂ ਸਭ ਨੇ ਇਕੱਠਿਆਂ ਮਿਲ ਕੇ ਏਕਤਾ ਦੀ ਭਾਵਨਾ ਨਾਲ ਇਸ ਪ੍ਰਦੇਸ਼ ਨੂੰ ਅਫਗਾਨਿਸਤਾਨ ਤੱਕ ਜਿੱਤ ਲਿਆ। ਸੋ ਅਗਲੀਆਂ ਸਤਰਾਂ ਦੇ ਵਿੱਚ ਕਵੀ ਕੀ ਕਹਿ ਰਿਹਾ ਹੈ? ਸਭ ਧਰਮਾਂ ਦੇ ਲੋਕ ਸੀ ਰਹਿੰਦੇ ਬਣ ਕੇ ਭਾਈ ਭਾਈ, ਰਾਜ ਕਰਨ ਦੀ ਖਾਤਰ ਸੀ ਅੰਗਰੇਜ਼ਾਂ ਨੇ ਫੁੱਟ ਪਾਈ। 47 ਵਿੱਚ ਵੱਖ-ਵੱਖ ਹੋ ਗਏ ਸਤਲੁਜ ਅਤੇ ਚਨਾਬ, ਇਹ ਮੇਰਾ ਪੰਜਾਬ ਬੇਲੀਓ, ਇਹ ਮੇਰਾ ਪੰਜਾਬ, ਇਹ ਮੇਰਾ ਪੰਜਾਬ ਬੇਲੀਓ, ਇਹ ਮੇਰਾ ਪੰਜਾਬ। ਇਹਨਾਂ ਸਤਰਾਂ ਦੇ ਵਿੱਚ ਬੱਚਿਓ ਕਵੀ ਕਹਿ ਰਿਹਾ ਹੈ ਕਿ ਸਾਂਝੇ ਗੁਰੂਆਂ ਪੀਰਾਂ ਫਕੀਰਾਂ ਦੇ ਉਪਦੇਸ਼ਾਂ ਦੇ ਸਦਕਾ ਇੱਥੋਂ ਦੇ ਲੋਕ ਆਪਸ ਵਿੱਚ ਪ੍ਰੇਮ ਪਿਆਰ ਦੇ ਨਾਲ ਮਿਲ ਜੁਲ ਕੇ ਰਹਿਣ ਵਿੱਚ ਵਿਸ਼ਵਾਸ ਰੱਖਦੇ ਸਨ ਅਤੇ ਸਭ ਭਰਾਵਾਂ ਦੇ ਵਾਂਗ ਮਿਲ ਜੁਲ ਕੇ ਰਹਿੰਦੇ ਸਨ। ਪਰ ਜਦੋਂ ਅੰਗਰੇਜ਼ਾਂ ਦਾ ਇਸ ਦੇਸ਼ ਦੇ ਵਿੱਚ ਆਗਮਨ ਹੋਇਆ, ਇਸ ਪੰਜਾਬ ਦੀ ਧਰਤੀ ਤੇ ਆਗਮਨ ਹੋਇਆ, ਤਾਂ ਉਹਨਾਂ ਨੇ ਇੱਥੋਂ ਦੇ ਬਹਾਦਰ ਲੋਕਾਂ ਦੇ ਉੱਪਰ ਰਾਜ ਕਰਨ ਦੇ ਲਈ ਪਾੜੋ ਅਤੇ ਰਾਜ ਕਰੋ ਦੀ ਨੀਤੀ ਅਪਣਾਈ, ਜਿਸ ਦੇ ਸਦਕਾ ਉਹਨਾਂ ਨੇ ਸਭ ਧਰਮਾਂ ਦੇ ਲੋਕਾਂ ਦੇ ਵਿੱਚ ਆਪਸੀ ਫੁੱਟ ਪਾਉਣ ਦਾ ਯਤਨ ਕੀਤਾ, ਜਿਸ ਵਿੱਚ ਉਹ ਸਫਲ ਵੀ ਰਹੇ। ਪਰ ਫਿਰ ਵੀ ਜਾਗਰਤ ਬੁੱਧੀ ਦੇ ਮਾਲਕ ਕੁਝ ਲੋਕਾਂ ਨੇ ਕ੍ਰਾਂਤੀਕਾਰੀਆਂ ਦੇ ਰੂਪ ਵਿੱਚ ਆਪਣੇ ਕੋਸ਼ਿਸ਼ਾਂ ਸਦਕਾ ਅੰਗਰੇਜ਼ਾਂ ਦੇ ਨੱਕ ਵਿੱਚ ਦਮ ਕਰ ਦਿੱਤਾ ਅਤੇ ਉਹਨਾਂ ਨੂੰ ਦੇਸ਼ ਛੱਡਣ ਲਈ ਮਜਬੂਰ ਕਰ ਦਿੱਤਾ। ਪਰ ਅੰਗਰੇਜ਼ਾਂ ਨੇ ਆਪਣੀ ਪਾਈ ਹੋਈ ਫੁੱਟ ਦੀ ਸਾਜ਼ਿਸ਼ ਸਦਕਾ ਭਾਰਤ ਨੂੰ ਆਜ਼ਾਦ ਤਾਂ ਕਰ ਦਿੱਤਾ, ਪਰ ਸੰਨ 1947 ਵਿੱਚ ਇਸ ਦੇਸ਼ ਦੇ 2 ਟੁਕੜੇ ਕਰ ਦਿੱਤੇ, ਜਿਨ੍ਹਾਂ ਨੂੰ ਅਸੀਂ ਭਾਰਤ ਅਤੇ ਪਾਕਿਸਤਾਨ ਦੇ ਨਾਮ ਨਾਲ ਜਾਣਦੇ ਹਾਂ। ਜਿਵੇਂ ਕਿ ਬੱਚਿਓ ਇਸ ਕਵਿਤਾ ਦੇ ਪਹਿਲੇ ਸਟੈਂਜ਼ੇ ਦੇ ਵਿੱਚ ਹੀ ਕਵੀ ਨੇ ਦੱਸਿਆ ਹੈ ਕਿ ਇਸ ਨੂੰ 5 ਪਾਣੀਆਂ ਦੀ ਧਰਤੀ ਕਿਹਾ ਜਾਂਦਾ ਸੀ, ਭਾਵ ਕਿ ਇੱਥੇ 5 ਦਰਿਆ ਵਗਦੇ ਸਨ। ਸੋ ਹਿੰਦੁਸਤਾਨ ਦੀ ਵੰਡ ਤੋਂ ਬਾਅਦ 3 ਦਰਿਆ ਭਾਰਤ ਵਿੱਚ ਰਹਿ ਗਏ ਅਤੇ 2 ਦਰਿਆ ਪਾਕਿਸਤਾਨ ਦੀ ਭੂਮੀ ਵਿੱਚ ਚਲੇ ਗਏ। ਇਹਨਾਂ ਦਾ ਹੀ ਜ਼ਿਕਰ ਕਵੀ ਕਰ ਰਿਹਾ ਹੈ ਕਿ ਸਤਲੁਜ ਅਤੇ ਚਨਾਬ ਵੱਖ ਹੋ ਗਏ ਸਨ 47 ਦੇ ਵਿੱਚ, ਭਾਵ ਕਿ ਦੇਸ਼ ਦੀ ਵੰਡ ਹੋ ਗਈ। ਸੋ ਅਗਲੀਆਂ ਸਤਰਾਂ ਦੇ ਵਿੱਚ ਕਵੀ ਕੀ ਕਹਿ ਰਿਹਾ ਹੈ? ਊਧਮ ਸਿੰਘ ਕਰਤਾਰ ਸਰਾਬੇ ਜਾਨ ਦੀ ਬਾਜ਼ੀ ਲਾਈ, ਰਾਜਗੁਰੂ ਸੁਖਦੇਵ ਭਗਤ ਸਿੰਘ ਲਾੜੀ ਮੌਤ ਵਿਆਹੀ, ਆਜ਼ਾਦੀ ਲਈ ਵਾਰੀਆਂ ਜਾਨਾਂ ਹੋ ਕੇ ਬੜੇ ਬੇਤਾਬ, ਇਹ ਮੇਰਾ ਪੰਜਾਬ ਬੇਲੀਓ, ਇਹ ਮੇਰਾ ਪੰਜਾਬ, ਇਹ ਮੇਰਾ ਪੰਜਾਬ ਬੇਲੀਓ, ਇਹ ਮੇਰਾ ਪੰਜਾਬ। ਉਹ 5 ਦਰਿਆਵਾਂ ਦੀ ਧਰਤੀ ਤੇ ਖਿੜਿਆਂ ਫੁੱਲ ਗੁਲਾਬ, ਇਹ ਮੇਰਾ ਪੰਜਾਬ ਬੇਲੀਓ, ਇਹ ਮੇਰਾ ਪੰਜਾਬ। ਬੱਚਿਓ ਇਹਨਾਂ ਸਤਰਾਂ ਦੇ ਵਿੱਚ ਕਵੀ ਉਹਨਾਂ ਆਜ਼ਾਦੀ ਘੁਲਾਟੀਆਂ, ਉਹਨਾਂ ਕ੍ਰਾਂਤੀਕਾਰੀਆਂ ਦੀ ਗੱਲ ਕਰ ਰਿਹਾ, ਜਿਨ੍ਹਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੀ ਖਾਤਰ ਆਪਣੀਆਂ ਜਾਨਾਂ ਦੀ ਪਰਵਾਹ ਨਹੀਂ ਕੀਤੀ, ਬਲਕਿ ਮੌਤ ਨੂੰ ਖੁੱਲ੍ਹੇ ਦਿਲ ਨਾਲ ਸਵੀਕਾਰ ਕੀਤਾ। ਜਿਵੇਂ ਇੱਕ ਲਾੜਾ ਲਾੜੀ ਨੂੰ ਵਿਆਹੁਣ ਖਾਤਰ ਜਾਂਦਾ ਹੈ, ਇਸੇ ਤਰ੍ਹਾਂ ਮੌਤ ਰੂਪੀ ਲਾੜੀ ਨੂੰ, ਭਾਵ ਕਿ ਦੁਲਹਨ ਨੂੰ, ਉਹਨਾਂ ਨੇ ਦੁਲਹਾ ਦੇ ਰੂਪ ਦੇ ਵਿੱਚ ਸਵੀਕਾਰ ਕੀਤਾ, ਵਿਆਹ ਲਿਆ ਅਤੇ ਆਪਣੀਆਂ ਜਾਨਾਂ ਵਾਰ ਕੇ ਇਸ ਦੇਸ਼ ਦੇ ਸੁੱਤੇ ਹੋਏ ਲੋਕਾਂ ਦੇ ਜ਼ਮੀਰਾਂ ਨੂੰ ਝੰਜੋੜਿਆ ਅਤੇ ਆਜ਼ਾਦੀ ਲਈ ਉਹਨਾਂ ਦੇ ਦਿਲਾਂ ਦੇ ਵਿੱਚ ਕ੍ਰਾਂਤੀ ਦੀ ਅੱਗ ਨੂੰ ਜਲਾ ਦਿੱਤਾ। ਬੱਚਿਓ ਤੁਹਾਨੂੰ ਪਤਾ ਹੋਵੇਗਾ ਕਿ ਰਾਜਗੁਰੂ ਸੁਖਦੇਵ ਅਤੇ ਭਗਤ ਸਿੰਘ ਤਿੰਨਾਂ ਨੂੰ ਇਕੱਠਿਆਂ ਹੀ ਫਾਂਸੀ ਦਿੱਤੀ ਗਈ ਸੀ, ਕਿਉਂਕਿ ਉਹਨਾਂ ਨੇ ਪਾਰਲੀਮੈਂਟ ਹਾਊਸ, ਉਸ ਵੇਲੇ ਦਾ ਜੋ ਪਾਰਲੀਮੈਂਟ ਹਾਊਸ ਸੀ, ਅਸੈਂਬਲੀ ਸੀ, ਉਸ ਦੇ ਵਿੱਚ ਬੰਬ ਸੁੱਟਿਆ ਸੀ। ਉਹ ਚਾਹੁੰਦੇ ਤਾਂ ਬੰਬ ਸੁੱਟ ਕੇ ਭੱਜ ਸਕਦੇ ਸਨ, ਪਰ ਉਹਨਾਂ ਨੇ ਐਸਾ ਨਹੀਂ ਕੀਤਾ। ਉਹਨਾਂ ਨੇ ਆਪਣੀ ਬਹਾਦਰੀ ਅਤੇ ਸੱਚੇ ਹੋਣ ਦਾ ਪ੍ਰਮਾਣ ਦਿੰਦੇ ਹੋਏ ਖੁਦ ਨੂੰ ਅੰਗਰੇਜ਼ਾਂ ਦੇ ਕਾਬੂ
ਕਰਵਾਉਣਾ ਪਸੰਦ ਕੀਤਾ, ਭਾਵ ਕਿ ਆਪਣੀ ਇੱਛਾ ਦੇ ਨਾਲ ਸ਼ਹਾਦਤਾਂ ਪ੍ਰਾਪਤ ਕੀਤੀਆਂ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਬਿਨਾਂ ਆਪਣੀ ਸ਼ਹਾਦਤ ਦਿੱਤੇ ਆਜ਼ਾਦੀ ਦੀ ਲਹਿਰ ਨੂੰ ਤੇਜ਼ ਨਹੀਂ ਕੀਤਾ ਜਾ ਸਕਦਾ। ਇਸੇ ਲਈ ਕਵੀ ਕਹਿ ਰਿਹਾ ਹੈ ਕਿ ਆਜ਼ਾਦੀ ਲਈ ਵਾਰੀਆਂ ਜਾਨਾਂ ਹੋ ਕੇ ਬੜੇ ਬੇਤਾਬ। ਸੋ ਇਹਨਾਂ ਸਤਰਾਂ ਦੇ ਵਿੱਚ ਬੱਚਿਓ ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਸੁਖਦੇਵ, ਭਗਤ ਸਿੰਘ, ਇਹਨਾਂ ਸਭ ਦਾ ਜੋ ਜ਼ਿਕਰ ਆਇਆ ਹੈ, ਇਹ ਸਭ ਇਸ ਪੰਜਾਬ ਦੀ ਧਰਤੀ ਦੇ ਹੀ ਸਪੂਤ ਹੋਏ ਹਨ, ਇਸ ਪੰਜਾਬ ਦੀ ਧਰਤੀ ਦੇ ਹੀ ਜਾਏ ਹਨ। ਸੋ ਇਸ ਪ੍ਰਕਾਰ ਇਸ ਪੂਰੀ ਕਵਿਤਾ ਦੇ ਵਿੱਚ ਕਵੀ ਪੰਜਾਬ ਦੀ ਧਰਤੀ ਦੀ ਮਹਾਨਤਾ ਦਾ ਗੁਣਗਾਨ ਕਰਦਾ ਹੋਇਆ ਸਾਨੂੰ ਇੱਥੋਂ ਦੇ ਪੁਰਾਤਨ ਇਤਿਹਾਸ ਤੋਂ ਜਾਣੂ ਕਰਵਾ ਰਿਹਾ ਹੈ। ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਕਵਿਤਾ ਪੂਰੀ ਤਰ੍ਹਾਂ ਸਮਝ ਆ ਗਈ ਹੋਵੇਗੀ, ਪਰ ਫਿਰ ਵੀ ਜੇ ਤੁਹਾਡੀ ਕੋਈ ਕੁਐਰੀ ਹੋਵੇ, ਕੋਈ ਕੁਐਸਚਨ ਹੋਵੇ, ਮਾਈਂਡ ਦੇ ਵਿੱਚ ਕੋਈ ਗੱਲ ਹੋਵੇ, ਤਾਂ ਤੁਸੀਂ ਇਸ ਵੀਡੀਓ ਦੇ ਥੱਲੇ ਕਮੈਂਟ ਸੈਕਸ਼ਨ ਵਿੱਚ ਜਾ ਕੇ ਆਪਣਾ ਪ੍ਰਸ਼ਨ ਦਰਜ ਕਰ ਸਕਦੇ ਹੋ। ਸੋ ਇਸ ਕਵਿਤਾ ਨੂੰ ਸਮਝਣ ਅਤੇ ਸੁਣਨ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਤੇ ਆਓ ਬੱਚਿਓ ਹੁਣ ਇਸ ਪਾਠ ਦਾ ਅਭਿਆਸ ਵੀ ਨਾਲੋਂ ਨਾਲ ਹੀ ਕਰ ਲੈਂਦੇ ਹਾਂ। ਪਹਿਲਾ ਪ੍ਰਸ਼ਨ ਹੈ, ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ। ਊੜਾ, ਪੰਜਾਬ ਵਿੱਚ ਪਹਿਲਾਂ ਕਿੰਨੇ ਦਰਿਆ ਵਗਦੇ ਸਨ? ਉੱਤਰ ਹੈ, ਪੰਜਾਬ ਵਿੱਚ ਪਹਿਲਾਂ 5 ਦਰਿਆ ਵਗਦੇ ਸਨ। ਐੜਾ, ਪੋਰਸ ਦਾ ਯੁੱਧ ਕਿਸ ਰਾਜੇ ਨਾਲ ਹੋਇਆ ਸੀ? ਉੱਤਰ ਹੈ, ਪੋਰਸ ਦਾ ਯੁੱਧ ਸਿਕੰਦਰ ਦੇ ਨਾਲ ਹੋਇਆ ਸੀ। ਈੜੀ, ਇਸ ਕਵਿਤਾ ਵਿੱਚ ਕਿਹੜੇ ਗੁਰੂ ਜੀ ਦਾ ਜ਼ਿਕਰ ਹੈ? ਉੱਤਰ ਹੈ, ਇਸ ਕਵਿਤਾ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜ਼ਿਕਰ ਹੈ। ਸੱਸਾ, ਪੰਜਾਬ ਦਾ ਮਹਾਬਲੀ ਰਾਜਾ ਕੌਣ ਹੋਇਆ ਹੈ? ਉੱਤਰ ਹੈ, ਪੰਜਾਬ ਦਾ ਮਹਾਬਲੀ ਰਾਜਾ ਮਹਾਰਾਜਾ ਰਣਜੀਤ ਸਿੰਘ ਹੋਇਆ ਹੈ। ਹਾਹਾ, ਕਿਹੜੇ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਦਾ ਜ਼ਿਕਰ ਇਸ ਕਵਿਤਾ ਵਿੱਚ ਕੀਤਾ ਗਿਆ ਹੈ? ਤਾਂ ਉੱਤਰ ਹੈ, ਇਸ ਕਵਿਤਾ ਵਿੱਚ ਸ਼ਹੀਦ ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਰਾਜਗੁਰੂ, ਸੁਖਦੇਵ ਅਤੇ ਭਗਤ ਸਿੰਘ ਹੋਰਾਂ ਦਾ ਜ਼ਿਕਰ ਕੀਤਾ ਗਿਆ ਹੈ। ਦੂਜਾ ਪ੍ਰਸ਼ਨ ਹੈ, ਹੇਠ ਲਿਖੇ ਸ਼ਬਦਾਂ ਨਾਲ ਤੋਲ ਤੁਕਾਂਤ ਮਿਲਾਓ। ਬੱਚਿਓ, ਤੋਲ ਤੁਕਾਂਤ ਦਾ ਭਾਵ ਹੈ ਕਿ ਇਸ ਦੇ ਨਾਲ ਮਿਲਦੀ ਜੁਲਦੀ ਟੋਨ ਜਾਂ ਧੁਨੀ ਵਾਲੇ ਸ਼ਬਦਾਂ ਨੂੰ ਲਿਖਣਾ ਹੈ ਆਪਾਂ ਇਸ ਦੇ ਵਿੱਚ। ਜਿਵੇਂ ਕਿ ਪੰਜਾਬ ਦਾ ਹੈ, ਕਹਿ ਸਕਦੇ ਹਾਂ ਆਪਾਂ ਮਹਿਤਾਬ, ਕਿਤਾਬ। ਹੋਇਆ ਦਾ ਆਪਾਂ ਕਹਿ ਸਕਦੇ ਹਾਂ ਚੋਇਆ, ਧੋਇਆ। ਭਾਈ ਦਾ ਮਾਈ, ਦਾਈ। ਰਿਝਾਏ ਦਾ ਆਪਾਂ ਜਿਵੇਂ ਕਹਿ ਸਕਦੇ ਹਾਂ ਖਿਝਾਏ, ਮੁਰਝਾਏ ਆਦਿ। ਤੀਜਾ ਪ੍ਰਸ਼ਨ ਹੈ, ਖਾਲੀ ਸਥਾਨ ਭਰੋ। ਇਹ ਖਾਲੀ ਸਥਾਨ ਬੱਚਿਓ ਤੁਹਾਡੀ ਕਵਿਤਾ ਦੇ ਵਿੱਚੋਂ ਹੀ ਦਿੱਤੇ ਗਏ ਹਨ। ਜੋ ਸਤਰਾਂ ਹਨ ਉਹਦੀਆਂ ਦਿੱਤੀਆਂ ਹਨ, ਤੁਸੀਂ ਪੂਰੀਆਂ ਕਰਨੀਆਂ ਹਨ ਦੇਖ ਕੇ। ਜਿਵੇਂ ਕਿ 5 ਦਰਿਆਵਾਂ ਦੀ ਧਰਤੀ ਤੇ ਡੈਸ਼ ਦੇ ਵਿੱਚ ਕੀ ਆਏਗਾ? ਖਿੜਿਆ ਫੁੱਲ ਗੁਲਾਬ। ਛੱਡ ਕੇ ਇਸ ਦਾ ਮੋਹ ਸਿਕੰਦਰ, ਦੇਸ ਨੂੰ ਭੱਜ ਖਲੋਇਆ। ਡੈਸ਼ ਸੀ ਇਸ ਧਰਤੀ ਦਾ ਜਾਇਆ, ਮਹਾਬਲੀ ਰਣਜੀਤ ਸਿੰਘ ਸੀ ਇਸ ਧਰਤੀ ਦਾ ਜਾਇਆ। ਸਭ ਧਰਮਾਂ ਦੇ ਲੋਕ ਸੀ ਰਹਿੰਦੇ, ਬਣ ਕੇ ਭਾਈ ਭਾਈ। ਆਜ਼ਾਦੀ ਲਈ ਵਾਰੀਆਂ ਜਾਨਾਂ, ਹੋ ਕੇ ਬੜੇ ਬੇਤਾਬ। ਅੱਗੇ ਚੌਥਾ ਪ੍ਰਸ਼ਨ ਹੈ, ਵਾਕਾਂ ਵਿੱਚ ਵਰਤੋ। ਵਾਕਾਂ ਵਿੱਚ ਵਰਤੋ ਦਾ ਭਾਵ ਹੁੰਦਾ ਹੈ ਬੱਚਿਓ ਕਿ ਜੋ ਤੁਹਾਨੂੰ ਸ਼ਬਦ ਦਿੱਤਾ ਗਿਆ ਹੈ, ਤੁਸੀਂ ਇੱਕ ਸੈਂਟੈਂਸ ਬਣਾਉਣਾ ਹੈ, ਇੱਕ ਲਾਈਨ ਬਣਾਉਣੀ ਹੈ ਜਿਸ ਦੇ ਵਿੱਚ ਇਸ ਸ਼ਬਦ ਦਾ ਪ੍ਰਯੋਗ ਕੀਤਾ ਗਿਆ ਹੋਵੇ। ਜਿਵੇਂ ਕਿ ਪਹਿਲਾ ਹੈ ਖਿੜਿਆ, ਤਾਂ ਆਪਾਂ ਕੁਝ ਵੀ ਸੈਂਟੈਂਸ ਬਣਾ ਸਕਦੇ ਹਾਂ ਜਿਸ ਦੇ ਵਿੱਚ ਖਿੜਿਆ ਵਰਡ ਆਉਂਦਾ ਹੋਵੇ। ਜਿਵੇਂ ਕਿ ਸਾਡੇ ਬਗੀਚੇ ਵਿੱਚ ਅੱਜ ਸਵੇਰੇ ਗੁਲਾਬ ਦਾ ਇੱਕ ਛੋਟਾ ਜਿਹਾ ਫੁੱਲ ਖਿੜਿਆ ਹੈ। ਅਗਲਾ ਹੈ ਬੇਹਿਸਾਬ। ਬੇਹਿਸਾਬ ਦਾ ਅਰਥ ਹੁੰਦਾ ਹੈ ਵੱਡੀ ਮਾਤਰਾ ਵਿੱਚ, ਬਹੁਤ ਜ਼ਿਆਦਾ। ਤਾਂ ਵਾਕ ਹੋ ਸਕਦਾ ਹੈ, ਸਿਕੰਦਰ ਨੇ ਪੋਰਸ ਦੇ ਵਿੱਚ ਬੇਹਿਸਾਬ ਅਣਖ ਦੇਖਦੇ ਹੋਏ ਉਸ ਨਾਲ ਮਿੱਤਰਤਾ ਕਰਨ ਦਾ ਮਨ ਬਣਾਇਆ। ਅਗਲਾ ਹੈ ਵਿਤਕਰੇ। ਵਿਤਕਰਾ ਕਰਨਾ ਕੀ ਹੁੰਦਾ ਹੈ ਬੱਚਿਓ? ਭੇਦਭਾਵ ਕਰਨਾ। ਤਾਂ ਇਸ ਦਾ ਵਾਕ ਆਪਾਂ ਬਣਾ ਸਕਦੇ ਹਾਂ ਕਿ ਮਾਤਾ ਪਿਤਾ ਆਪਣੇ ਬੱਚਿਆਂ ਵਿੱਚ ਵਿਤਕਰਾ ਨਹੀਂ ਕਰਦੇ, ਭਾਵ ਕਿ ਸਭ ਨੂੰ ਇੱਕੋ ਜਿਹਾ ਪਿਆਰ ਕਰਦੇ ਹਨ। ਅੱਗੇ ਹੈ ਫੁੱਟ ਪਾਉਣਾ। ਫੁੱਟ ਪਾਉਣ ਦਾ ਮਤਲਬ ਕੀ ਹੁੰਦਾ ਹੈ? ਫੁੱਟ ਕਦੋਂ ਪੈਂਦੀ ਹੈ? ਜਦੋਂ ਇੱਕ ਦੂਜੇ ਦੇ ਪ੍ਰਤੀ ਆਪਾਂ ਨਫ਼ਰਤ ਪੈਦਾ ਕਰ ਲੈਂਦੇ ਹਾਂ ਦਿਲਾਂ ਦੇ ਵਿੱਚ। ਤਾਂ ਇਸ ਦਾ ਵਾਕ ਹੋ ਸਕਦਾ ਹੈ ਕਿ ਅੰਗਰੇਜ਼ਾਂ ਨੇ ਭਾਰਤੀਆਂ ਉੱਪਰ ਰਾਜ ਕਰਨ ਲਈ ਉਹਨਾਂ ਅੰਦਰ ਫੁੱਟ ਪਾਉਣ ਦੀ ਨੀਤੀ ਅਪਣਾਈ, ਜਾਂ ਅੰਗਰੇਜ਼ਾਂ ਦਾ ਇੱਕੋ ਹੀ ਮੂਲ ਮੰਤਰ ਸੀ, ਫੁੱਟ ਪਾਓ ਅਤੇ ਰਾਜ ਕਰੋ। ਅਗਲਾ ਹੈ ਬੱਚਿਓ ਬੇਤਾਬ। ਬੇਤਾਬ ਕੀ ਹੁੰਦਾ ਹੈ? ਬੇਸਬਰੀ ਦੇ ਨਾਲ ਇੰਤਜ਼ਾਰ ਕਰਨਾ।
ਭਾਵ ਕਿ ਧੈर्य ਨਾ ਹੋਣਾ, ਬੜਾ ਹੀ ਬੇਸਬਰ ਹੋਣਾ। ਤਾਂ ਇਸ ਦਾ ਵਾਕ ਤੁਸੀਂ ਬਣਾ ਸਕਦੇ ਹੋ ਕਿ ਅਸੀਂ ਲਾਕਡਾਊਨ ਤੋਂ ਬਾਅਦ ਸਕੂਲ ਖੁੱਲ੍ਹਣ ਦਾ ਬੜੀ ਬੇਤਾਬੀ ਦੇ ਨਾਲ ਇੰਤਜ਼ਾਰ ਕਰ ਰਹੇ ਹਾਂ। ਕਿਉਂ, ਠੀਕ ਹੈ ਕਿ ਨਹੀਂ? ਕਰਦੇ ਹੋ ਨਾ ਇੰਤਜ਼ਾਰ? ਹਾਂ, ਬਿਲਕੁਲ ਹੋਣਾ ਚਾਹੀਦਾ ਹੈ। ਅਗਲਾ ਪ੍ਰਸ਼ਨ ਹੈ, ਵਿਰੋਧੀ ਸ਼ਬਦ ਲਿਖੋ। ਵਿਰੋਧੀ ਭਾਵ ਕਿ ਆਪੋਜ਼ਿਟ ਵਰਡਸ, ਜਿਨ੍ਹਾਂ ਦੇ ਅਰਥ ਇਸ ਤੋਂ ਬਿਲਕੁਲ ਉਲਟੇ ਹੋਣ ਜੋ ਦਿੱਤੇ ਹੋਏ ਹਨ। ਜਿਵੇਂ ਕਿ ਮਿੱਠੀ ਦਾ ਉਲਟਾ ਕੀ ਹੈ? ਕੌੜੀ। ਆਪਣੇ ਦਾ ਉਲਟਾ ਕੀ ਹੈ? ਪਰਾਏ। ਫੁੱਟ ਦਾ ਉਲਟਾ ਕੀ ਹੋਏਗਾ? ਏਕਤਾ ਜਾਂ ਏਕਾ। ਆਜ਼ਾਦੀ ਦਾ ਉਲਟਾ ਕੀ ਹੋਏਗਾ? ਗੁਲਾਮੀ। ਮੌਤ ਦਾ ਉਲਟਾ ਕੀ ਹੋਏਗਾ? ਜ਼ਿੰਦਗੀ। ਤੇ ਤੁਹਾਡਾ ਆਖਰੀ ਪ੍ਰਸ਼ਨ ਹੈ, ਹਿੰਦੀ ਤੇ ਅੰਗਰੇਜ਼ੀ ਵਿੱਚ ਵੀ ਹੇਠ ਲਿਖੇ ਸ਼ਬਦ ਲਿਖੋ। ਜਿਵੇਂ ਕਿ ਐਗਜ਼ਾਮਪਲ ਤੁਹਾਡੀ ਬੁੱਕ ਵਿੱਚ ਦਿੱਤੀ ਹੋਈ ਹੈ, ਮੇਰਾ ਨੂੰ ਹਿੰਦੀ ਵਿੱਚ ਕੀ ਲਿਖਿਆ ਹੈ? ਮੇਰਾ, ਐਂਡ ਇੰਗਲਿਸ਼ ਵਿੱਚ ਮਾਈ। ਤੇ ਹੁਣ ਅਗਲਾ ਪਿਆਰੀ ਦਾ ਕੀ ਹੋਏਗਾ? ਹਿੰਦੀ ਦੇ ਵਿੱਚ ਵੀ ਆਪਾਂ ਇਹਨੂੰ ਕਵਾਂਗੇ ਪਿਆਰੀ, ਤੇ ਇੰਗਲਿਸ਼ ਦੇ ਵਿੱਚ ਲਵਲੀ ਕਹਿ ਸਕਦੇ ਹਾਂ। ਧਰਤੀ ਨੂੰ ਕੀ ਕਹਿੰਦੇ ਹਾਂ ਆਪਾਂ? ਧਰਾ ਵੀ ਕਹਿ ਦਿੰਦੇ ਹਾਂ, ਧਰਤੀ ਵੀ ਲਿਖ ਸਕਦੇ ਹਾਂ ਹਿੰਦੀ ਦੇ ਵਿੱਚ, ਅਤੇ ਇੰਗਲਿਸ਼ ਦੇ ਵਿੱਚ ਕੀ ਲਿਖਾਂਗੇ? ਅਰਥ। ਲੋਕ ਨੂੰ ਆਪਾਂ ਹਿੰਦੀ ਵਿੱਚ ਕੀ ਲਿਖਾਂਗੇ? ਲੋਗ, ਤੇ ਇੰਗਲਿਸ਼ ਵਿੱਚ ਕੀ ਲਿਖਾਂਗੇ? ਪੀਪਲ। ਦੇਸ਼ ਨੂੰ ਹਿੰਦੀ ਵਿੱਚ ਕੀ ਲਿਖਾਂਗੇ? ਦੇਸ਼ ਜਾਂ ਰਾਸ਼ਟਰ, ਤੇ ਅੰਗਰੇਜ਼ੀ ਵਿੱਚ ਕੰਟਰੀ। ਕਿਤਾਬ ਨੂੰ ਹਿੰਦੀ ਲਿਖਾਂਗੇ ਆਪਾਂ? ਪੁਸਤਕ, ਤੇ ਇੰਗਲਿਸ਼ ਵਿੱਚ ਕੀ ਲਿਖਾਂਗੇ? ਬੁੱਕ। ਸੋ ਬੱਚਿਓ, ਇਹ ਸੀ ਤੁਹਾਡਾ ਅਭਿਆਸ। ਹੁਣ ਤੁਸੀਂ ਇਸ ਅਭਿਆਸ ਨੂੰ ਆਪਣੀਆਂ ਕਾਪੀਆਂ ਵਿੱਚ ਕਰ ਲੈਣਾ ਹੈ ਅਤੇ ਪੋਇਮ ਨੂੰ, ਕਵਿਤਾ ਨੂੰ ਆਪਣੇ ਆਪਣੇ ਢੰਗ ਨਾਲ ਗਾ ਕਰਕੇ, ਬੋਲ ਕਰਕੇ ਉਸ ਦਾ ਅਭਿਆਸ ਕਰਨਾ ਹੈ। ਇਟਸ ਅ ਕ੍ਰੀਏਟੀਵਿਟੀ। ਪੜ੍ਹ ਕੇ ਦੇਖਣਾ, ਤੁਹਾਨੂੰ ਬਹੁਤ ਮਜ਼ਾ ਆਏਗਾ, ਮੈਨੂੰ ਪੂਰਾ ਯਕੀਨ ਹੈ। ਸੋ ਇਸੇ ਨਾਲ ਤੁਹਾਡਾ ਪਹਿਲਾ ਚੈਪਟਰ, ਪਹਿਲਾ ਪਾਠ ਕੰਪਲੀਟ ਹੁੰਦਾ ਹੈ। ਧੰਨਵਾਦ।